ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਖਬਰ ਪੜਤਾਲ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੇ ਖਾਸ ਮਸਲਿਆਂ ਦੇ ਉੱਤੇ। ਬਹੁਤ ਅਹਿਮ ਸਵਾਲ ਨੇ ਜਿਨ੍ਹਾਂ ਸਵਾਲਾਂ ਦੇ ਉੱਤੇ ਚਰਚਾ ਕਰਨੀ ਹੈ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਫਿਰ ਅਹਿਮ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਧੰਨਵਾਦ। ਡੱਲਾ ਜੀ, ਬਹੁਤ ਅਹਿਮ ਚਰਚਾ ਤੁਰੀ ਹੈ। ਪੂਰੇ ਪੰਜਾਬ ਦੇ ਵਿੱਚ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਪੀਡੀਏ ਦਾ ਪੁਨਰ ਜਨਮ ਹੋ ਸਕਦਾ ਹੈ। ਦੇਖੋ, ਮੈਨੂੰ ਨਹੀਂ ਲੱਗਦਾ ਜੀ ਕਿ ਪੀਡੀਏ ਦਾ ਪੁਨਰ ਗਠਨ ਹੋ ਸਕਦਾ। ਮੈਨੂੰ ਨਹੀਂ ਲੱਗਦਾ ਜੀ। ਕੋਸ਼ਿਸ਼ਾਂ ਬਹੁਤ ਨੇ, ਬਿਆਨ ਕਈ ਆਉਂਦੇ ਨੇ। ਅਸਲ 'ਚ ਪੀਡੀਏ ਏਡੀ ਬੁਰੀ ਤਰ੍ਹਾਂ ਨਾਲ ਅਸੰਗਠਿਤ ਹੋਇਆ, ਟੁੱਟਿਆ, ਪਤਾ ਹੀ ਨਹੀਂ ਪੀਡੀਏ ਕਿੱਥੇ ਚਲਿਆ ਗਿਆ ਜੀ। ਲੋਕ ਸਭਾ ਚੋਣਾਂ 'ਚ ਲੋਕਾਂ ਨੇ ਵੱਡੀ ਗਿਣਤੀ 'ਚ ਪੀਡੀਏ ਨੂੰ ਵੋਟਾਂ ਪਾਈਆਂ ਸੀ। ਦੇਖੋ, ਇਹ ਕੋਈ ਖੇਡ ਤਮਾਸ਼ਾ ਨਹੀਂ ਸਿਆਸਤ ਜੀ ਕਿ ਲੋਕ ਸਭਾ 'ਚ ਇਕੱਠੇ ਹੋ ਗਏ, ਫਿਰ ਟਿਕਟਾਂ ਦੀ ਵੰਡ ਹੋਣੀ ਸੀ, ਸਾਡੀ ਆਪਸ 'ਚ ਸਹਿਮਤੀ ਨਹੀਂ ਬਣੀ, ਜ਼ਿਮਨੀ ਚੋਣਾਂ 'ਚ ਟੁੱਟ ਗਿਆ ਪੀਡੀਏ ਜੀ ਹੈ ਜੀ। ਤੇ ਹੁਣ ਫੇਰ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ 2022 ਦੀਆਂ ਨੇੜੇ ਹੈ, ਹੁਣ ਫੇਰ ਪੀਡੀਏ ਵਾਲੇ ਕਹਿਣ ਲੀਡਰ ਵੀ ਅਸੀਂ ਇਕੱਠੇ ਹੋ ਕੇ ਫੇਰ ਪੀਡੀਏ ਬਣਾਵਾਂਗੇ, ਪੰਜਾਬ ਡੈਮੋਕ੍ਰੈਟਿਕ ਅਲਾਇੰਸ। ਹੁਣ ਪੀਡੀਏ ਦੇ ਤਜਰਬੇ ਨੂੰ ਪੰਜਾਬ ਦੇ ਲੋਕਾਂ ਨੇ ਮੁੱਢੋਂ ਰੱਦ ਕਰ ਦੇਣਾ ਜੀ। ਵਾਰੀ ਇਹ ਚੀਜ਼ਾਂ ਨਹੀਂ ਚੱਲਦੀਆਂ। ਹਾਂ, ਪੀਡੀਏ ਬਣਿਆ ਰਹਿੰਦਾ, ਉਹ ਬਰਕਰਾਰ ਰਹਿੰਦੇ, ਮੀਟਿੰਗਾਂ ਕਰਦੇ ਰਹਿੰਦੇ, ਪੀਡੀਏ ਦੇ ਵਿੱਚ ਇੱਕ ਝੰਡੇ ਦੇ ਥੱਲੇ ਆ ਜਾਂਦੇ। ਦੇਖੋ, ਮੈਂ ਅੱਗੇ ਵੀ ਕਹਿੰਦਾ ਹੁੰਦਾ ਸੀ, ਉਹਨਾਂ ਤੋਂ ਨਾ ਤਾਂ ਇੱਕ ਡੰਡਾ ਖਰੀਦਿਆ ਗਿਆ, ਨਾ ਇੱਕ ਝੰਡਾ ਉਹਨਾਂ ਤੋਂ ਬਣਿਆ ਸਾਂਝਾ। ਕਿੰਨਾ ਕੁ ਕੱਪੜਾ ਲੱਗਦਾ ਝੰਡੇ ਨੂੰ ਜੀ। ਇੱਕ ਝੰਡਾ ਪੀਡੀਏ ਵਾਲੇ ਬਣਾ ਲੈਂਦੇ। ਉਦੋਂ ਸਾਰਿਆਂ ਦੇ ਸੁਰ ਆਪਣੇ ਸੀ। ਸੁਖਪਾਲ ਖਹਿਰੇ ਦਾ ਸੁਰ ਆਪਣਾ ਸੀ, ਸਿਮਰਜੀਤ ਬੈਂਸ ਦਾ ਸੁਰ ਆਪਣਾ ਸੀ, ਬਸਪਾ ਦੀ ਸੋਚ ਆਪਣੀ ਸੀ, ਟਕਸਾਲੀਆਂ ਦੀ ਸੋਚ ਆਪਣੀ ਸੀ। ਤੇ ਕਿੱਥੇ ਚੱਲਣਾ ਜੀ ਪੀਡੀਏ ਜੀ ਹੈ ਜੀ। ਬਾਈਆਂ ਤੇ ਪਾਵੇ ਜਦ ਤੱਕ ਇੱਕ ਦੂਜੇ 'ਚ ਫਸਦੇ ਹੀ ਨਾ ਹੋਣ ਤੇ ਮੰਜਾ ਕਿੱਥੋਂ ਬਣਨਾ। ਬਿਲਕੁਲ। ਸੋ ਪੀਡੀਏ ਪੂਡੀਏ ਐਵੇਂ ਗੱਲਾਂ ਹੀ ਨੇ। ਠੀਕ ਹੈ, ਇਹ ਲੱਗਦਾ ਕੁਝ ਲੀਡਰਾਂ ਨੂੰ। ਸੁਖਪਾਲ ਖਹਿਰਾ ਵੀ ਉਹਨਾਂ ਦੇ ਵਿੱਚੋਂ ਇੱਕ ਨੇ। ਸੁਖਪਾਲ ਖਹਿਰੇ ਨੂੰ ਵੀ ਲੱਗਦਾ ਹੈ। ਪਿੱਛੇ ਜੇ ਮੈਂ ਬਿਆਨ ਸੁਣਦਾ ਸੀ ਸੁਖਪਾਲ ਖਹਿਰੇ ਦਾ, ਸੁਖਪਾਲ ਖਹਿਰਾ ਕਹਿੰਦਾ ਵੀ ਜੇ ਸਿੱਧੂ ਵਰਗਾ ਲੀਡਰ ਵੀ ਪੰਜਾਬ ਨੂੰ ਮਿਲ ਜੇ ਬਤੌਰ ਮੁੱਖ ਮੰਤਰੀ ਤੇ ਇਹ ਵਧੀਆ ਪੰਜਾਬ ਹੋ ਸਕਦਾ ਹੈ। ਹੁਣ ਸੁਖਪਾਲ ਖਹਿਰਾ ਕਿਉਂ ਕਹਿ ਰਿਹਾ ਸਿੱਧੂ ਮੁੱਖ ਮੰਤਰੀ ਬਣੇ? ਸੁਖਪਾਲ ਖਹਿਰਾ ਤਾਂ ਆਪ ਮੁੱਖ ਮੰਤਰੀ ਦੀ ਦੌੜ 'ਚ ਹੋਣਾ ਚਾਹੀਦਾ ਸੀ। ਮਤਲਬ ਉਨੀ ਮਿਹਨਤ ਹੀ ਨਹੀਂ ਕੀਤੀ ਪੀਡੀਏ 'ਚ ਸਾਰਿਆਂ ਨੇ। ਅੱਜ ਪੀਡੀਏ ਹੁੰਦਾ, ਬੈਂਸ, ਸੁਖਪਾਲ ਖਹਿਰਾ, ਟਕਸਾਲੀ, ਬਸਪਾ, ਇਹ ਸਾਰੇ ਇਕੱਠੇ ਹੋ ਕੇ ਚੱਲੇ ਹੁੰਦੇ, ਅੱਜ ਭਾਵੇਂ ਖਹਿਰਾ ਮੁੱਖ ਮੰਤਰੀ ਦਾ ਉਮੀਦਵਾਰ ਬਣ ਜਾਂਦਾ, ਭਾਵੇਂ ਸਿਮਰਜੀਤ ਬੈਂਸ ਆਪਸ 'ਚ ਟਾਸ ਕਰ ਲੈਂਦੇ ਜਿਵੇਂ ਕ੍ਰਿਕਟ ਦੇ ਮੈਚ ਤੋਂ ਪਹਿਲਾਂ ਕਰਦੇ ਆ, ਮਸਲਾ ਨਿਬੜ ਜਾਣਾ ਸੀ। ਹੁਣ ਅਸਲ 'ਚ ਸਿੱਧੂ ਦੀ ਡਿਮਾਂਡ ਹੈ ਸਭ ਤੋਂ ਜ਼ਿਆਦਾ। ਹਰ ਵਿਅਕਤੀ ਹੁਣ ਹਰ ਲੀਡਰ ਇਹ ਕਹਿ ਰਿਹਾ ਹੈ ਕਿ ਸਿੱਧੂ ਦੇ ਹੱਕ 'ਚ ਖੜ ਜਾਓ, ਸਾਡਾ ਵੀ ਮਾਹੌਲ ਠੀਕ ਹੋ ਜੂ। ਸਿਮਰਜੀਤ ਬੈਂਸ ਵੀ ਪਿੱਛੇ ਜੇ ਕਹੀ ਜਾਂਦਾ ਵੀ ਸਿੱਧੂ ਮੁੱਖ ਮੰਤਰੀ ਦਾ ਵਧੀਆ ਚਿਹਰਾ। ਖਹਿਰਾ ਸਾਹਿਬ ਵੀ ਹੁਣ ਸਿੱਧੂ ਨੂੰ ਪਸੰਦ ਕਰਨ ਲੱਗ ਗਏ। ਢੀਂਡਸੇ ਪਹਿਲਾਂ ਕਹਿ ਚੁੱਕੇ ਵੀ ਸਿੱਧੂ ਬਹੁਤ ਵਧੀਆ। ਉਦਣ ਸਿੱਧੂ ਤੇ ਢੀਂਡਸੇ ਤਾਂ ਇੱਕ ਗੱਡੀ 'ਚ ਥੋੜਾ ਜਿਹਾ ਇਹਨਾਂ ਨੇ ਸਫ਼ਰ ਵੀ ਕੀਤਾ, 1-2 ਕਿਲੋਮੀਟਰ ਜੀ ਹੈ ਜੀ। ਬਿਲਕੁਲ। ਸੋ ਅਸਲ 'ਚ ਨਵਜੋਤ ਸਿੰਘ ਸਿੱਧੂ ਦੀ ਚੜ੍ਹਤ ਹੈ ਕਿਉਂਕਿ ਉਹ ਮੁੱਦਿਆਂ ਤੋਂ ਹਿੱਲਿਆ ਨਹੀਂ। ਉਹ ਅਸਤੀਫੇ ਦੇ ਗਿਆ। ਖਹਿਰਾ ਸਾਹਿਬ ਨੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਫਿਰ ਅਸਤੀਫਾ ਦੇ ਕੇ ਵਾਪਸ ਲੈ ਲਿਆ ਸੀ, ਨਹੀਂ ਲੈਣਾ ਚਾਹੀਦਾ ਸੀ। ਕੀ ਹੁੰਦੀ ਇੱਕ ਵਿਧਾਨ ਸਭਾ ਦੀ ਸੀਟ? ਜੇ ਦੇ ਹੀ ਦਿੱਤਾ ਸੀ ਅਸਤੀਫਾ ਹੈ ਜੀ, ਤੇ ਫਿਰ ਦੇਤਾ ਸੀ ਅਸਤੀਫਾ ਹੈ ਜੀ। ਬਿਲਕੁਲ ਜੀ। ਆਪਾਂ ਦਾਨ ਕਰਕੇ ਕੋਈ ਚੀਜ਼ ਵਾਪਸ ਥੋੜੀ ਲਈਦੀ ਹੈ। ਜੇ ਮੁੱਦਿਆਂ ਤੇ ਪੰਜਾਬ ਦੇ ਹੱਕ ਲਈ ਅਸਤੀਫਾ ਦੇਤਾ ਸੀ ਤੇ ਦੇ ਹੀ ਰੱਖਦੇ। ਔਰ ਸਿੱਧੂ ਨੂੰ ਕਿਉਂ ਸਾਰੇ ਕਹਿੰਦੇ ਵੀ ਸਿੱਧੂ ਨੂੰ ਅੱਗੇ ਕਰੋ, ਸਿੱਧੂ ਨੂੰ ਅੱਗੇ ਕਰੋ? ਕਿਉਂਕਿ ਸਿੱਧੂ ਲੋਕਾਂ 'ਚ ਜਾਊਗਾ ਸਾਫ਼ ਇਮੇਜ ਦੇ ਨਾਲ। ਲੋਕਾਂ ਨੂੰ ਪਤਾ ਵੀ ਸਿੱਧੂ ਨੇ ਜੋ ਕਿਹਾ ਉਹ ਕੀਤਾ। ਮੰਤਰੀ ਮੰਡਲ ਦਾ ਅਹੁਦਾ ਛੱਡਿਆ, ਐਲੀਗੇਸ਼ਨ ਲੱਗੇ ਵੀ ਤੇਰੇ ਕਰਕੇ ਹਾਰੇ ਆ, ਛੱਡਤਾ। ਕੋਠੀ ਵੀ ਉਸੇ ਦਿਨ ਛੱਡਤੀ ਜਦੋਂ ਵਾਪਸ ਆਇਆ। ਇੱਕ ਦਿਨ 'ਚ ਚਿੱਠੀ ਸਾਰਵਜਨਿਕ ਕੀਤੀ, ਕੋਠੀ ਹੋ ਗਈ। ਸਮਾਨ ਲੈ ਕੇ ਸਿੱਧੂ ਜੋੜਾ ਅੰਮ੍ਰਿਤਸਰ ਚਲਿਆ ਗਿਆ। ਰਾਜ ਸਭਾ ਮੈਂਬਰੀ ਛੱਡੀ ਹੈ ਜੀ। ਸੋ ਇਸ ਕਰਕੇ ਦਲੇਰੀ ਰੱਖਣੀ ਜ਼ਰੂਰੀ ਹੈ। ਅਗਰ ਪੀਡੀਏ ਨੇ ਦਲੇਰੀ ਰੱਖੀ ਹੁੰਦੀ ਤੇ ਅੱਜ ਸਿੱਧੂ ਦੇ ਮੁਕਾਬਲੇ 'ਚ ਪੀਡੀਏ ਹੁੰਦਾ ਵੀ ਇੱਕ ਪਾਸੇ ਸਿੱਧੂ, ਚਲੋ ਸਿੱਧੂ ਨਹੀਂ ਤਾਂ ਪੀਡੀਏ ਹੈਗਾ, ਕੋਈ ਬਦਲਤਾ ਹੁੰਦਾ ਜੀ। ਧੋਨੀ ਤੋਂ ਬਾਅਦ ਸਾਡੇ ਕੋਲੇ ਦੇਖੋ ਆ ਕ੍ਰਿਕਟ 'ਚ ਕੋਹਲੀ ਕਪਤਾਨ ਬਣ ਗਿਆ, ਉਸ ਤੋਂ ਬਾਅਦ ਰੋਹਿਤ ਸ਼ਰਮਾ ਤਿਆਰ ਹੈ, ਹੋਰ ਕਿੰਨੇ ਮੁੰਡੇ ਤਿਆਰ ਹੈ ਕ੍ਰਿਕਟ 'ਚ। ਪੰਜਾਬ 'ਚ ਹੁਣ ਤੁਸੀਂ ਤਜਰਬੇ ਉਸ ਤਰੀਕੇ ਦੇ ਕਰੋ ਤੁਸੀਂ ਪੰਜਾਬ 'ਚ ਜਿਹੜੇ ਉਸਾਰੂ ਹੋਣ। ਹੁਣ ਦੇਖੋ ਪੀਡੀਏ ਵਾਲੇ ਚਾਹੇ ਹੁਣ ਇਕੱਠੇ ਹੋ ਜਾਣ, ਪਰ ਮੈਨੂੰ ਹੁਣ ਪੀਡੀਏ 'ਚ ਲੱਗਦਾ ਕੁਛ ਨਹੀਂ। ਮੈਨੂੰ ਲੱਗਦਾ ਨਹੀਂ ਪੀਡੀਏ, ਠੀਕ ਹੈ, ਸਾਰੇ ਪੋਲੀਟੀਕਲ ਪਾਰਟੀਆਂ ਦਾ ਹੱਕ ਹੈ ਆਪਣਾ। ਮੈਨੂੰ ਤਾਂ ਇਹ ਵੀ ਨਹੀਂ ਲੱਗਦਾ ਕਿ ਲੋਕ ਇਨਸਾਫ ਪਾਰਟੀ ਹੁਣ ਕਿਹਦੇ ਨਾਲ ਗੱਠਜੋੜ ਕਰੂਗੀ। ਦੇਖੋ ਲੋਕ ਇਨਸਾਫ ਪਾਰਟੀ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਆਪਣੇ ਦਮ ਤੇ ਉਹਨਾਂ ਦੀ ਪੋਜੀਸ਼ਨ ਹੈ ਨਹੀਂ। ਕੱਲੀਆਂ 2 ਸੀਟਾਂ ਥੋੜੀ ਜਿੱਤਣੀਆਂ ਪਾਰਟੀ ਨੇ, ਵੀ ਦੋਨੇ ਬੈਂਸ ਭਰਾ ਚਲੋ ਮੰਨ ਲਿਆ ਵੀ ਮੁਕਾਬਲੇ 'ਚ ਨੇ, ਜਿੱਤ ਜਾਣਗੇ। ਬਾਕੀ ਸੀਟਾਂ ਕੋਈ ਚਿਹਰੇ ਏਡੇ ਮੈਨੂੰ ਅੱਗੇ ਆਏ ਦਿਖੇ ਨਹੀਂ ਲੋਕ ਇਨਸਾਫ ਪਾਰਟੀ ਦੇ ਵੀ। ਸਾਲ ਰਹਿ ਗਿਆ ਹੁਣ ਤਾਂ ਹੈ ਜੀ। ਸਾਲ ਦਾ ਕੀ ਲੱਗਦਾ, ਮਿੰਟਾਂ 'ਚ ਨਿਕਲ ਜਾਂਦਾ ਸਾਲ। ਗਗਨ, 4 ਸਾਲਾਂ ਦਾ ਪਤਾ ਲੱਗਿਆ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ। ਬਿਲਕੁਲ। ਉਹੇ ਜਿਹੇ ਦੁੱਖ ਪੰਜਾਬੀਆਂ ਨੂੰ ਪਹਿਲਾਂ ਸੀ ਬਾਦਲ ਰਾਜ 'ਚ, ਉਹੇ ਜਿਹੇ ਦੁੱਖ ਹੁਣ ਚੱਲੇ ਆ।
ਜੀ ਤੇ ਆ ਵੀ 4 ਸਾਲ ਦੁੱਖਾਂ 'ਚ ਨਿਕਲ ਜਾਣੇ। ਆ ਸਾਲ ਰਹਿ ਗਿਆ। ਸੋ ਪੀਡੀਏ ਦੀ ਦੇਖੋ ਮੈਨੂੰ ਕੋਈ ਆਸ ਨਹੀਂ, ਮੈਨੂੰ ਮੈਂ ਸਪਸ਼ਟ ਕਵਾਂ। ਹਾਂ, ਕੱਲ੍ਹ ਨੂੰ ਕੋਈ ਇਹ ਬਹੁਤ ਹੀ ਵੱਡੀਆਂ ਸੌਹਾਂ ਖਾ ਲੈਣ ਵੀ ਅਸੀਂ ਆਪਣੀਆਂ ਪਾਰਟੀਆਂ ਛੱਡ ਕੇ, ਬੈਂਸ ਵੀ ਕਵੇ ਵੀ ਮੈਂ ਪਾਰਟੀ ਛੱਡ ਦਿੰਦਾ, ਸਾਂਝੀ ਪਾਰਟੀ ਬਣਾ ਕੇ, ਪਰ ਮਸਲਾ ਇਹ ਆ ਵੀ ਸਾਲ ਇੱਕ ਰਹਿ ਗਿਆ। ਕਦੋਂ ਪ੍ਰਧਾਨ ਬਣਾਉਣਗੇ, ਕਦੋਂ ਪਾਰਟੀ ਦੀਆਂ ਨੀਹਾਂ ਪੱਟਣਗੇ, ਕਦੋਂ ਇਹਨਾਂ ਦਾ ਸੰਵਿਧਾਨ ਬਣੂ। ਹਜੇ ਤਾਂ ਗਾਂਧੀ ਸਾਹਿਬ ਦਾ ਵੀ ਮੈਨੂੰ ਸਪਸ਼ਟ ਨਹੀਂ ਕਿ ਪੀਡੀਏ ਨਾਲ ਆਉਣਗੇ ਜਾਂ ਨਹੀਂ ਆਉਣਗੇ ਜੀ। ਹਾਂਜੀ, ਸੋ ਪੀਡੀਏ ਵਾਲੀ ਗੱਲ ਮੈਨੂੰ ਨਹੀਂ ਲੱਗਦੀ। ਡੱਲਾ ਸਾਹਿਬ, ਇੱਥੇ ਇੱਕ ਅਹਿਮ ਸਵਾਲ ਹੈ ਕਿ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਮਹਾਗਠਜੋੜ ਚੱਲਿਆ ਹੈ, ਉਮੀਦ ਹੈ ਕਿ ਉਹੀ ਕੁਝ ਪੰਜਾਬ ਦੇ ਵਿੱਚ ਵੀ ਵੇਖ ਕੇ ਚੱਲ ਰਹੀਆਂ ਨੇ ਸਾਰੀਆਂ ਖਤਰਾਂ। ਗਗਨ ਜੀ, ਭੁਰਿਆ ਬਿਸਕੁਟ ਕਦੀ ਜੁੜਦਾ ਆਟੇ ਵਾਲਾ ਜੀ, ਦੇਸੀ ਘਿਓ ਦਾ ਬਣਿਆ ਹੁੰਦਾ, ਵਧੀਆ ਖੰਡ ਪੈਂਦੀ ਉਹ 'ਚ, ਹਾਂਜੀ। ਕਈ ਵਾਰੀ ਰੜ ਜ਼ਿਆਦਾ ਜਾਂਦਾ ਜਦੋਂ ਭੱਠੀ 'ਚ ਪਾਉਂਦੇ, ਪਰ ਸਵਾਦ ਉਹਦਾ ਬਰਕਰਾਰ ਰਹਿੰਦਾ ਜੀ। ਹੁਣ ਪੀਡੀਏ ਹਾਰਾਂ ਨਾਲ ਰੜ ਜਾਣਾ ਸੀ, ਫਿਰ ਕੀ ਹੋ ਗਿਆ ਸੀ ਜੇ ਹਾਰ ਗਏ ਸੀ, ਨਹੀਂ ਕੋਈ ਸੀਟ ਮਿਲੀ, ਇੰਨੇ ਵੋਟ % ਲੈ ਗਏ ਸੀ। ਮੇਰਾ ਅੰਦਾਜ਼ਾ, ਮੈਨੂੰ ਹੁਣ ਬਹੁਤਾ ਯਾਦ ਨਹੀਂ ਕਿਉਂਕਿ ਜਦੋਂ ਦਾ ਮੈਂ ਬਿਮਾਰ ਹੋਇਆ ਮੈਨੂੰ ਥੋੜ੍ਹਾ ਜਿਹਾ ਭੁੱਲ ਜਾਂਦਾ, ਮੈਨੂੰ ਲੱਗਦਾ 5% ਤੋਂ ਜ਼ਿਆਦਾ ਲੈ ਗਏ ਸੀ ਲੋਕ ਸਭਾ 'ਚ ਸੀਟਾਂ ਪੀਡੀਏ ਵਾਲੀ। 10% ਦੀ ਬੋਲ, ਲਗਭਗ 10%। ਦੇਖੋ ਕਿੱਡਾ ਵੱਡਾ ਹੁੰਦਾ ਪੰਜਾਬ 'ਚ, ਹੈ ਜੀ। 1 ਕਰੋੜ 96 ਲੱਖ ਵੋਟਰ ਹੈ ਜੀ। ਇੰਨੀਆਂ ਵੋਟਾਂ 'ਚੋਂ 60-65% ਤਾਂ ਪਈਆਂ ਹੀ ਸੀ ਪੰਜਾਬ 'ਚ, ਖਰੇ 70 ਪਈਆਂ ਸੀ, ਹੁਣ ਮੇਰੀ ਯਾਦ ਆ ਥੋੜ੍ਹੀ ਜਿਹੀ ਢਿੱਲੀ ਹੈ। ਉਹਦਾ 10%, ਕਰੀਬ 10% ਥੋੜ੍ਹਾ ਨਹੀਂ ਹੁੰਦਾ। ਮੈਂ ਕਹਿੰਦਾ 5% ਵੀ ਮੰਨ ਲਈਏ, ਮਨਪ੍ਰੀਤ ਦੀ ਪਾਰਟੀ 5-6% ਲੈ ਗਈ ਸੀ, ਉਹਨੇ 'ਚ ਹੀ ਕੈਪਟਨ ਦੀ ਸਰਕਾਰ ਨਹੀਂ ਸੀ ਬਣੀ, ਸੁਖਬੀਰ ਦੁਬਾਰਾ ਸਰਕਾਰ ਬਣਾ ਗਿਆ ਸੀ 12 'ਚ। ਹੁਣ ਜੇ ਮੈਂ ਉਹੀ ਕਹਿੰਦਾ ਵੀ ਭੁਰਿਆ ਬਿਸਕੁਟ ਜੁੜਦਾ ਨਹੀਂ ਜੀ, ਹੈ ਜੀ। ਜੇ ਕੋਈ ਬਹੁਤ ਮਾਹਰ ਬੰਦਾ ਆ ਜੇ, ਭੁਰਿਆ ਬਿਸਕੁਟ ਜੋੜ ਵੀ ਦਵੇ, ਚਾਹ 'ਚ ਖੁਰਿਆ ਬਿਸਕੁਟ ਨਹੀਂ ਦੁਬਾਰਾ ਬਣ ਸਕਦਾ। ਹੁਣ ਪੀਡੀਏ, ਮੈਂ ਉਹ ਪੋਜੀਸ਼ਨ ਹੈ ਪੀਡੀਏ ਦੀ ਵੀ ਚਾਹ 'ਚ ਪਾਇਆ ਬਿਸਕੁਟ ਖੁਰ ਗਈ ਜੀ। ਹੁਣ ਕਿੱਥੋਂ ਪੀਡੀਏ ਦੁਬਾਰਾ, ਉਹ ਗੱਲ ਨਹੀਂ ਬਣਨੀ ਜੀ। ਜਾਂ ਤਾਂ ਬਹੁਤ ਤਕੜੀਆਂ ਸੌਹਾਂ ਖਾ ਲੈਣ ਪੰਜਾਬ ਦੇ ਲੋਕਾਂ ਨੂੰ, ਕੱਲੇ ਨੂੰ ਮਨਾ ਲੈਣ। ਕਿੱਥੋਂ ਮਨਾਉਣਗੇ ਪੰਜਾਬ ਦੇ ਲੋਕਾਂ ਨੂੰ? ਪੀਡੀਏ ਨੂੰ ਇੰਨੇ ਲੋਕਾਂ ਨੇ ਵੋਟਾਂ ਪਾਈਆਂ ਸੀ, ਉਹ ਵੀ ਵਿਚਾਰੇ ਸੋਚਦੇ ਹੋਣੇ ਵੀ ਅਸੀਂ ਪੀਡੀਏ ਨੂੰ ਵੋਟ ਪਾਈ ਸੀ, ਪੀਡੀਏ ਖਤਮ ਹੋ ਗਿਆ ਜੀ। ਮੈਂ ਉਸ ਵੇਲੇ ਵੀ ਕਿਹਾ ਸੀ ਕਿ ਪੀਡੀਏ ਨੂੰ ਖਤਮ ਕਰਨਾ, ਅਣਐਲਾਨੇ ਤੌਰ ਤੇ ਐਲਾਨ ਨਹੀਂ ਕੀਤਾ ਵੀ ਪੀਡੀਏ ਖਤਮ ਹੋ ਗਿਆ, ਆਪ ਹੀ ਖਤਮ ਹੋ ਗਿਆ ਜਦੋਂ ਸਾਰਿਆਂ ਦੇ ਸੁਰ ਵੱਖਰੇ ਹੋ ਗਏ। ਮੈਂ ਉਦੋਂ ਕਿਹਾ ਸੀ ਇਹ ਕਾਮਯਾਬ ਰਹਿਣਗੇ ਅਗਰ ਮੀਟਿੰਗਾਂ ਕਰੀ ਜਾਣ, ਹਿੰਮਤ ਬਣਾਈ ਰੱਖਣ, ਹੈ ਜੀ। ਸੋ ਮੈਂ ਕਹਾਵਤ ਸੁਣੀ ਹੈ, ਲਿਖੀ ਹੋਈ ਪੜ੍ਹੀ ਹੈ ਮੈਂ, ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ। ਸੋ ਕਿਤਾਬਾਂ 'ਚ ਇਹ ਕਹਾਵਤ ਲਿਖੀ ਹੈ ਤੇ ਅੱਜ ਅਸੀਂ ਅਮਲੀ ਰੂਪ 'ਚ ਦੇਖ ਰਹੇ ਹਾਂ ਜੀ। ਬਿਲਕੁਲ। ਤੇ ਡੱਲਾ ਸਾਹਿਬ ਕਹਿੰਦੇ ਨੇ ਕਿ ਮਹਾਮਾਰੀ ਦੇ ਕੇਸਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋ ਰਿਹਾ ਹੈ ਤੇ ਇਸੇ ਸਬੰਧ ਦੇ ਵਿੱਚ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਦੇ ਨਾਲ ਵੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਮੀਟਿੰਗ ਹੋਈ ਹੈ। ਦੇਖੋ, ਮੀਟਿੰਗ ਹੋਈ ਹੈ ਗ੍ਰਹਿ ਮੰਤਰੀ ਨਾਲ ਅਰਵਿੰਦ ਕੇਜਰੀਵਾਲ ਦੀ। ਪਹਿਲਾਂ ਤਾਂ ਮੈਂ ਦਿੱਲੀ ਦਾ ਮਾਡਲ ਬਹੁਤ ਕਰਦੇ ਸੀ ਆਮ ਆਦਮੀ ਪਾਰਟੀ ਵਾਲੇ, ਭਗਵੰਤ ਮਾਨ ਵੀ, ਕੈਪਟਨ ਅਮਰਿੰਦਰ ਨੂੰ ਕਹਿੰਦੇ ਸੀ ਇਹ ਪੂਰੀ ਤਰ੍ਹਾਂ ਫੇਲ ਹੈ ਤੇ ਦਿੱਲੀ ਵਾਲਾ ਮਾਡਲ ਲਾਗੂ ਕਰੋ। ਇਹ ਆਕਸੀਮੀਟਰ ਵੀ ਮਾੜੇ ਮੋਟੇ ਵੰਡੀ ਜਾਂਦੇ ਸੀ। ਹੁਣ ਆਮ ਆਦਮੀ ਪਾਰਟੀ ਵਾਲੇ ਜਮਾਂ ਚੁੱਪ ਕਰਕੇ ਬਹਿ ਗਏ ਕਰੋਨਾ ਤੇ ਜੀ। ਇਸ ਮਹਾਮਾਰੀ ਤੇ ਹੁਣ ਆਮ ਆਦਮੀ ਪਾਰਟੀ ਵਾਲੇ, ਪੰਜਾਬ ਵਾਲੇ ਕੁਝ ਨਹੀਂ ਬੋਲਦੇ। ਕੋਈ ਸਲਾਹ ਹੀ ਦੇ ਦਿਓ ਭਗਵੰਤ ਮਾਨ ਜੀ ਕੈਪਟਨ ਨੂੰ, ਅਰਵਿੰਦ ਕੇਜਰੀਵਾਲ ਨੂੰ ਹੀ ਦੇ ਦਿਓ ਸਲਾਹ। ਦਿੱਲੀ 'ਚ ਕਿੱਡੀ ਤੇਜ਼ੀ ਦੇ ਨਾਲ ਕੇਸ ਵੱਧ ਰਹੇ ਨੇ, ਹੈ ਜੀ। ਹੈਰਾਨੀਕੁੰਨ ਅੰਕੜਾ ਦਿੱਲੀ ਦੇ ਵਿੱਚ ਵਧਿਆ। ਪੰਜਾਬ 'ਚ ਸ਼ੁਕਰ ਹੈ ਪ੍ਰਮਾਤਮਾ ਦਾ, ਰੱਬ ਦਾ, ਅਸੀਂ ਹੌਲੀ ਹੌਲੀ ਘਟੀ ਜਾ ਰਹੇ ਹਾਂ ਕੇਸ ਜੀ। ਵਿੱਚ ਜੇ ਟਾਵੇਂ ਮਾੜੇ ਮੋਟੇ ਵੱਧ ਵੀ ਜਾਂਦੇ ਆ ਚਲੋ, ਪਰ ਫਿਰ ਸਾਨੂੰ ਪੂਰੀ ਕੋਸ਼ਿਸ਼ ਹੈ, ਪੰਜਾਬੀ ਇੱਕ ਤਾਂ ਖਿਆਲ ਬਹੁਤ ਰੱਖ ਰਹੇ ਆ ਆਪਣਾ। ਆ ਦਿੱਲੀ 'ਚ ਮੈਂ ਦੀਵਾਲੀ ਵੇਲੇ ਟੈਲੀਵਿਜ਼ਨਾਂ 'ਚ ਦੇਖਦਾ ਸੀ ਜਿਵੇਂ ਕੀੜੀਆਂ ਫਿਰਦੀਆਂ ਹੁੰਦੀਆਂ ਨਾ ਜੀ, ਝੁੰਡ ਬਣਾ ਕੇ, ਬਿਨਾਂ ਮਾਸਕਾਂ ਤੋਂ ਲੋਕ ਐਂ ਫਿਰਦੇ ਸੀ। ਤੈਅ ਫਾਸਲਾ ਵੀ ਨਹੀਂ ਸੀ ਉਹਨਾਂ ਦੇ ਵਿੱਚ ਹੈਗਾ, ਐ ਮੋਢੇ ਨਾਲ ਮੋਢਾ ਜੁੜਦਾ ਸੀ ਉਹਨਾਂ ਦਾ। ਹੁਣ ਕੇਜਰੀਵਾਲ ਦਾ ਮਾਡਲ, ਭਗਵੰਤ ਮਾਨ ਹੁਣ ਗੱਲ ਨਹੀਂ ਕਰਦਾ ਕੇਜਰੀਵਾਲ ਦਾ ਮਾਡਲ ਜੀ, ਵੀ ਕਹਿੰਦੇ ਸੀ ਕੇਜਰੀਵਾਲ ਦਾ ਮਾਡਲ ਪੰਜਾਬ 'ਚ ਲਾਗੂ ਕਰਾਂਗੇ। ਆ ਮੈਂ ਤੁਹਾਨੂੰ ਦੀਵਾਲੀ ਵਾਲੀ ਰਾਤ ਦੱਸ ਦਿੰਦਾ, ਆ ਕੱਲ ਸਾਰਾ ਦਿਨ ਟੈਲੀਵਿਜ਼ਨਾਂ ਤੇ ਰੌਲਾ ਪੈਂਦਾ ਰਿਹਾ ਗਗਨ ਜੀ। ਕਹਿੰਦੇ ਦਿੱਲੀ 'ਚ ਸਭ ਤੋਂ ਵੱਧ ਪੋਲਿਊਸ਼ਨ ਹੋ ਗਿਆ, ਦਿੱਲੀ 'ਚ ਕਹਿੰਦੇ ਸਖਤ ਹੁਕਮ ਸੀਗੇ, ਚੰਡੀਗੜ੍ਹ 'ਚ ਵੀ ਸਖਤ ਹੁਕਮ ਸੀਗੇ ਵੀ ਦਿੱਲੀ 'ਚ ਪਟਾਕੇ ਨਹੀਂ ਚੱਲਣਗੇ। ਕੇਜਰੀਵਾਲ ਨੇ ਬਹੁਤ ਇਸ਼ਤਿਹਾਰ ਵੀ ਲਾਏ, ਲੈ ਦਿੱਲੀ ਦੇ ਲੋਕਾਂ ਨੇ ਦੱਬ ਕੇ ਪਟਾਕੇ ਚਲਾਏ ਜੀ। ਅੱਧੀ ਰਾਤ ਨੂੰ ਦਿੱਲੀ ਵੱਲ ਨੂੰ ਮੂੰਹ ਕਰਕੇ ਖੜ ਜਾਓ, ਅਸਮਾਨ 'ਚ ਪਟਾਕੇ ਸੀ। ਪੰਜਾਬੀਆਂ ਨੇ ਵੀ ਚਲਾਏ। ਚਲੋ ਪੰਜਾਬ 'ਚ ਤਾਂ ਸਾਰੇ ਜ਼ਿਲ੍ਹਿਆਂ 'ਚ ਰੋਕ ਨਹੀਂ ਸੀ, ਗ੍ਰੀਨ ਪਟਾਕੇ ਚੱਲਣੇ ਸੀ 8 ਤੋਂ 10 ਜੀ, ਪੰਜਾਬ 'ਚ ਵੀ ਚੱਲੇ ਪਟਾਕੇ। ਹੁਣ ਮੈਨੂੰ ਇਹ ਨਹੀਂ ਸਮਝ ਆਇਆ ਕਿ ਦਿੱਲੀ 'ਚ ਪੰਜਾਬ ਨਾਲੋਂ ਵੀ ਜ਼ਿਆਦਾ ਪ੍ਰਦੂਸ਼ਣ ਕਿਉਂ ਹੋ ਗਿਆ। ਪਟਾਕੇ ਤਾਂ ਦਿੱਲੀ ਨਾਲੋਂ ਪੰਜਾਬ 'ਚ ਜ਼ਿਆਦਾ ਚੱਲੇ ਹੋਣੇ ਜੀ। ਹੁਣ ਜੇ ਇੱਕ ਦਿਨ ਦੇ ਪਟਾਕਿਆਂ ਦਾ ਪ੍ਰਦੂਸ਼ਣ ਨਹੀਂ ਦਿੱਲੀ ਝੱਲ ਸਕੀ, ਫਿਰ ਕਾਹਦੀ ਦਿੱਲੀ ਆ ਉਹ? ਹੈ ਜੀ, ਦਿੱਲੀ ਦੀ ਤਾਂ ਹਵਾ ਖਰਾਬ ਹੈ ਜੀ, ਹੈ ਜੀ, ਹਵਾ ਹੀ ਖਰਾਬ ਹੈ ਦਿੱਲੀ ਦੀ। ਕਹਿੰਦੇ ਸਾਹ ਲੈਣਾ ਉੱਥੇ ਔਖਾ ਹੋਇਆ ਪਿਆ, ਦਿਖਦਾ ਹੀ ਨਹੀਂ ਲੋਕਾਂ ਨੂੰ, ਦਿਨੇ ਹਨੇਰਾ ਲੱਗਦਾ ਸੀ ਕਹਿੰਦੇ। ਫਿਰ ਕੇਜਰੀਵਾਲ ਦਾ ਮਾਡਲ ਕਿਹੜਾ ਹੋਇਆ ਜੀ? 6 ਸਾਲ ਹੋ ਗਏ ਅਰਵਿੰਦ ਕੇਜਰੀਵਾਲ, ਇਹ ਪਰਾਲੀ ਨੂੰ ਤਾਂ ਕਹਿ ਦਿੰਦੇ ਸੀ ਅਸੀਂ ਘੋਲ ਕੱਢ ਲਿਆ,
ਵੀ ਘੋਲ ਪਾ ਦਿਆਂਗੇ ਜੀ ਹੈ ਜੀ। ਪਰ ਜੇ ਪਰਾਲੀ ਦਾ ਘੋਲ ਵੀ ਕੱਢ ਲਿਆ ਤਾਂ ਵੀ ਇੰਨਾ ਪ੍ਰਦੂਸ਼ਣ ਦਿੱਲੀ 'ਚ। ਆ ਪਟਾਕੇ ਨਹੀਂ ਰੋਕੇ ਗਏ ਦਿੱਲੀ ਦੀ ਸਰਕਾਰ ਤੋਂ। ਸੋ ਦਿੱਲੀ ਦਾ ਮਾਡਲ ਕਿਹੜਾ ਹੈ? ਸਿਹਤ ਦੇ ਖੇਤਰ 'ਚ ਚੰਗਾ ਕੰਮ ਕੀਤਾ ਹੈ, ਸਿੱਖਿਆ ਦੇ ਖੇਤਰ 'ਚ ਚੰਗਾ ਕੰਮ ਕੀਤਾ ਹੈ। ਉਸ ਤੋਂ ਇਲਾਵਾ ਕੋਈ ਇਹੋ ਜਿਹਾ ਖੇਤਰ ਮੈਨੂੰ ਦਿਖਦਾ ਹੀ ਨਹੀਂ ਦਿੱਲੀ 'ਚ ਜਿੱਥੇ ਕੰਮ ਕੀਤਾ ਹੋਵੇ। ਜੀ ਖੇਤੀਬਾੜੀ ਦਾ ਸੈਕਟਰ ਤਾਂ ਉੱਥੇ ਖਰਾਬ ਹੋਇਆ ਪਿਆ ਹੈ ਜੀ। ਖੇਤੀਬਾੜੀ ਦਾ ਸੈਕਟਰ ਉੱਥੇ ਖਰਾਬ ਹੈ, ਹਵਾ ਦਾ ਪ੍ਰਦੂਸ਼ਣ ਉੱਥੇ ਖਰਾਬ ਹੈ। ਉੱਥੇ ਕਿਹੜਾ ਸਤਲੁਜ ਦੇ ਕੰਢੇ ਆ ਦਿੱਲੀ 'ਚ ਵੀ ਕੋਈ ਰੇਤਾ ਕੱਢ ਕੇ ਲੈ ਜੂ? ਜੀ ਉੱਥੇ ਕਿਹੜਾ ਮਾਈਨਿੰਗ ਮਾਫੀਆ ਹੈ? ਉੱਥੇ ਕਿਹੜਾ ਨਸ਼ਾ ਚੁਣੌਤੀ ਹੈ? ਉੱਥੇ ਕਿਹੜਾ ਬੇਰੁਜ਼ਗਾਰੀ ਚੁਣੌਤੀ ਹੈ? ਪੰਜਾਬ 'ਚ ਤਾਂ ਚੁਣੌਤੀਆਂ ਹੀ ਚੁਣੌਤੀਆਂ ਹੈ। ਨਾਲੇ ਦਿੱਲੀ ਦੀ ਜਨਸੰਖਿਆ ਪੰਜਾਬ ਨਾਲੋਂ ਘੱਟ ਹੈ। ਆ ਜਿਵੇਂ ਮੈਂ ਚੰਡੀਗੜ੍ਹ ਕਹਿੰਦਾ ਹੁੰਦਾ ਵੀ ਸਾਡੇ ਇੱਕ ਵੱਡੇ ਪਿੰਡ ਜਿੱਡਾ ਤਾਂ ਚੰਡੀਗੜ੍ਹ ਹੋਣਾ ਹੈ, ਬਿਲਕੁਲ। ਤੇ ਦਿੱਲੀ ਦਾ ਖੇਤਰਫਲ ਸਾਡੇ ਇੱਕ ਸ਼ਹਿਰ ਜਿੱਡਾ ਹੀ ਹੋਣਾ ਮੈਨੂੰ ਲੱਗਦਾ। ਆ ਦਿੱਲੀ ਮੈਨੂੰ ਲੱਗਦਾ ਲੁਧਿਆਣੇ ਤੋਂ ਛੋਟਾ ਹੋਣਾ ਜੀ ਹੈ ਜੀ। ਬਿਲਕੁਲ ਮੈਨੂੰ ਲੱਗਦਾ ਦਿੱਲੀ ਲੁਧਿਆਣੇ ਤੋਂ ਛੋਟਾ ਹੋਣਾ। ਚਲੋ ਉੱਥੇ ਸੀਟਾਂ 70 ਨੇ ਦਿੱਲੀ 'ਚ ਵਿਧਾਨ ਸਭਾ ਦੀਆਂ, 117 ਸਾਡੇ ਪੰਜਾਬ ਦੀਆਂ। ਲੁਧਿਆਣਾ ਨਹੀਂ, ਚਲੋ 2 ਸ਼ਹਿਰ ਨਾਲ ਦੇ ਦਿੰਦੇ ਆ ਇਹਨਾਂ ਨੂੰ। ਜੀ ਆ ਫਤਿਹਗੜ੍ਹ ਸਾਹਿਬ ਤੇ ਜਲੰਧਰ ਨਾਲ ਪਾ ਦਿੰਦੇ ਆ। ਐਡਾ ਕੁ ਹੋਣਾ ਮਸਾਂ ਦਿੱਲੀ ਖੇਤਰਫਲ 'ਚ ਹੈ ਜੀ। ਜੀ ਚਲੋ ਮੈਂ ਕਹਿੰਦਾ ਹੋਰ ਵੱਧ ਹੋਊਗਾ 5 7 10 20 25 30 50 ਕਿਲੋਮੀਟਰ। ਕੀ ਫਰਕ ਪੈ ਜੂ? ਪੰਜਾਬ ਜਿੱਡਾ ਤਾਂ ਨਹੀਂ ਨਾ। 117 ਸੀਟਾਂ ਸਾਡੀਆਂ ਹੋਰ ਵੱਧ ਸਕਦੀਆਂ। ਪਰ ਦਿੱਲੀ 70 ਸੀਟਾਂ, ਛੋਟੀ ਜੀ ਸੂਬੀ ਆ ਦਿੱਲੀ। ਜੀ ਹੁਣ ਉਹ ਸੂਬੀ 'ਚ ਕੀ ਕੀਤਾ? ਕਿਹੜਾ ਮਾਡਲ ਪੰਜਾਬ 'ਚ ਲਾ ਲੈਣਗੇ? ਇਹ ਮੈਂ ਕੱਪੜਛਾਣ ਤਾਂ ਕਰਦਾ, ਮੈਂ ਵਿਰੋਧੀ ਨਹੀਂ ਆਮ ਆਦਮੀ ਪਾਰਟੀ ਦਾ, ਪਰ ਜਦੋਂ ਆਪਾਂ ਜ਼ਰੂਰਤ ਨਾਲੋਂ ਵੱਧ ਗੱਲ ਕਰਦੇ ਆ ਨਾ ਜੀ 6ਵੀਂ ਕਲਾਸ ਦੇ ਬੱਚੇ ਦੇ ਬਜ਼ੁਰਗਾਂ ਦਾ ਬੂਟ ਨਹੀਂ ਮੇਚ ਆਉਣਾ ਜੀ ਹੈ ਜੀ। ਚਾਹੇ 10 ਜੋੜੇ ਜਵਾਕ ਦੇ ਜਰਾਬਾਂ ਦੇ ਪਾ ਦਿਓ, ਪਤਾ ਲੱਗ ਜਾਣਾ ਬਾਪੂ ਜੀ ਦਾ ਬੂਟ ਪਾ ਕੇ ਤੁਰਿਆ ਹੋਇਆ ਬੱਚਾ। ਜੀ ਸੋ ਇਸ ਕਰਕੇ ਦਿੱਲੀ ਦਾ ਮਾਡਲ ਪੰਜਾਬ 'ਚ ਕਿੱਥੇ ਕੰਮ ਆ ਜਾਊਗਾ? ਨਾਲੇ ਹੁਣ ਇਹ ਗੱਲ ਹੀ ਨਹੀਂ ਕਰਦੇ ਆਪ ਵਾਲੇ ਦਿੱਲੀ ਦੇ ਮਾਡਲ ਦੀ। ਕੋਵਿਡ ਦਿੱਲੀ 'ਚ ਨਹੀਂ ਸਾਂਭੀ ਗਈ ਇਹਨਾਂ ਤੋਂ, ਪ੍ਰਦੂਸ਼ਣ ਦਿੱਲੀ 'ਚ ਨਹੀਂ ਇਹਨਾਂ ਤੋਂ ਸਾਂਭਿਆ ਗਿਆ, ਆਵਾਜਾਈ ਦਿੱਲੀ 'ਚ ਨਹੀਂ ਇਹਨਾਂ ਤੋਂ ਸਾਂਭੀ ਗਈ। ਸਿਰਫ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਕੰਮ ਕੀਤਾ। ਪੰਜਾਬ 'ਚ ਵੀ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਠੀਕ ਠਾਕ ਕੰਮ ਹੋ ਰਿਹਾ। ਚਲੋ ਸਿਰਫ 2 ਚੀਜ਼ਾਂ ਦੇ ਦਮ ਤੇ ਪੰਜਾਬ ਨਹੀਂ ਨਾ ਚੱਲਣਾ, ਸਿੱਖਿਆ ਤੇ ਸਿਹਤ ਨਾਲ। ਜੀ ਸਾਡੇ ਤਾਂ ਮਾਈਨਿੰਗ ਮਾਫੀਆ ਵੀ ਹੈ, ਬੇਰੁਜ਼ਗਾਰੀ ਵੀ ਹੈ। ਹੁਣ ਇਹ ਪੰਜਾਬ 'ਚ ਨਸ਼ੇ ਤੇ ਵੀ ਮੈਨੂੰ ਲੱਗਦਾ ਕੁਝ ਕਰ ਨਹੀਂ ਸਕਣਗੇ, ਕਿਉਂਕਿ ਬੋਰਡ ਲਾਏ ਸੀ ਜਿਹੜੇ ਨਸ਼ੇ ਵਾਲੇ, ਉਹ ਮੁੜ ਕੇ ਮਾਫੀ ਮੰਗ ਗਏ। ਜੀ ਫਿਰ ਇਹ ਕਿਹੜਾ ਦਿੱਲੀ ਦਾ ਮਾਡਲ ਦੀ ਗੱਲ ਕਰਦੇ ਆ? ਹੁਣ ਗ੍ਰਹਿ ਮੰਤਰੀ ਨੂੰ ਅੱਜ ਮਿਲ ਕੇ ਆਏ ਹੈ ਕੇਜਰੀਵਾਲ ਸਾਹਿਬ। ਹੁਣ ਦਿੱਲੀ ਦੀ ਕੇਂਦਰ ਦੀ ਸਰਕਾਰ ਮਿਲ ਕੇ ਕੋਵਿਡ ਨਾਲ ਨਜਿੱਠਣ ਤੇ ਲੱਗੀ ਹੋਈ ਹੈ, ਤਾਂ ਮਾੜਾ ਮੋਟਾ ਕੋਵਿਡ ਤੇ ਕਾਬੂ ਪੈਂਦਾ, ਪਰ ਦਿੱਲੀ 'ਚ ਕੇਸ ਵਧੀ ਜਾਂਦੇ ਆ ਜੀ ਹੈ ਜੀ। ਹੁਣ ਆ ਪ੍ਰਦੂਸ਼ਣ ਦੀ ਅੱਜ ਗ੍ਰਹਿ ਮੰਤਰੀ ਨਾਲ ਮੀਟਿੰਗ ਸੀ, ਕੇਜਰੀਵਾਲ ਸਾਹਿਬ ਕਹਿੰਦੇ ਅੱਜ ਪ੍ਰਦੂਸ਼ਣ ਤੇ ਕੋਈ ਗੱਲ ਨਹੀਂ ਹੋਈ। ਹੁਣ ਕਿੰਨੇ ਪਟਾਕੇ ਚਲਾਏ ਦਿੱਲੀ ਵਾਲਿਆਂ ਨੇ। ਹੁਣ ਨਹੀਂ ਕੇਜਰੀਵਾਲ ਕਹਿੰਦਾ। ਮੈਂ ਸਵੇਰੇ ਸਵੇਰੇ ਡਰੀ ਜਾਂਦਾ ਸੀ ਗਗਨ, ਜਦੋਂ ਮੈਂ ਸੁੱਤਾ ਉੱਠਿਆ ਨਾ, ਜੀ। ਮੈਂ ਟੈਲੀਵਿਜ਼ਨ ਖੋਲ੍ਹਿਆ, ਮੈਂ ਡਰਨ ਲੱਗ ਗਿਆ। ਮੈਂ ਕਿਹਾ ਕਿਤੇ ਸ਼ਾਮ ਤੱਕ ਕੇਜਰੀਵਾਲ ਇਹ ਨਾ ਕਹਿ ਦੇ ਕਿ ਪੰਜਾਬ ਦੇ ਲੋਕਾਂ ਨੇ ਪਟਾਕੇ ਚਲਾਏ ਸੀ ਤਾਂ ਦਿੱਲੀ 'ਚ ਪ੍ਰਦੂਸ਼ਣ ਆ ਗਿਆ। ਜੀ ਮੈਂ ਕਿਹਾ ਪਹਿਲਾਂ ਪਤਾ ਕਰ ਲਓ ਦਿੱਲੀ 'ਚ ਚੱਲੇ। ਉਹ ਟੀਵੀ ਵਾਲੇ ਹੀ ਦੱਸਣ ਲੱਗ ਗਏ ਵੀ ਦਿੱਲੀ 'ਚ ਕਹਿੰਦੇ ਗੱਲ ਹੀ ਨਹੀਂ ਮੰਨੀ ਲੋਕਾਂ ਨੇ, ਦਿੱਲੀ 'ਚ ਦੱਬ ਕੇ ਪਟਾਕੇ ਚਲਾਏ ਉਹਨਾਂ ਨੇ। ਜੀ ਤੇ ਦਿੱਲੀ 'ਚ ਜੇ ਦਿੱਲੀ 'ਚ ਪ੍ਰਦੂਸ਼ਣ ਐਡਾ ਹੋ ਗਿਆ ਤੇ ਇਹਦਾ ਮਤਲਬ ਤੁਸੀਂ ਦਿੱਲੀ 'ਚ ਪਟਾਕੇ ਨਹੀਂ ਰੋਕੇ। ਇਹ ਪਹਿਲਾਂ ਵੀ ਜਿਹੜਾ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਨਾ, ਆ ਸਾਡੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਨੇ ਕਹਿਤਾ ਕਿ ਪੰਜਾਬ ਵਾਲਾ ਪ੍ਰਦੂਸ਼ਣ ਇੰਨੀ ਯਾਤਰਾ ਹੀ ਨਹੀਂ ਕਰ ਸਕਦਾ ਦਿੱਲੀ ਤੱਕ। ਜੀ ਉਹਦੀ ਵਿਚਾਰੇ ਦੀ 5 7 8 9 ਕਿਲੋਮੀਟਰ ਦੀ ਮਸਾਂ ਜਾਨ ਹੁੰਦੀ ਆ, ਉਹ ਪ੍ਰਦੂਸ਼ਣ ਤੋਂ ਉੱਥੇ ਡਿੱਗ ਜਾਂਦਾ। ਉਹ ਆ ਕੁਦਰਤ ਦੀ ਬਖਸ਼ਿਸ਼ ਵੀ ਹੋਈ ਪੰਜਾਬ 'ਚ। ਦੇਖੋ ਮੀਂਹ ਪੈ ਗਿਆ ਨਾ, ਅਸਮਾਨ ਸਾਫ਼। ਮੈਂ ਸ਼ਾਮ ਨੂੰ ਦੇਖਦਾ ਸੀ 5:30 6 ਵਜੇ। ਹਾਲਾਂਕਿ ਦਿਨੇ ਕਾਲਾ ਹਨੇਰਾ ਛਾ ਗਿਆ ਸੀ, ਸਾਡੇ ਵੀ ਪ੍ਰਦੂਸ਼ਣ ਤਾਂ ਸਾਡੇ ਵੀ ਹੋਇਆ, ਆਤਿਸ਼ਬਾਜ਼ੀਆਂ ਬਹੁਤ ਚੱਲੀਆਂ, ਪਟਾਕੇ ਬਹੁਤ ਚੱਲੇ। ਜੀ ਪਰ ਇਹ ਪਰੰਪਰਾਵਾਂ ਨੇ, ਇਹ ਰਿਵਾਜ ਨੇ। ਇਹ ਸਰਕਾਰਾਂ ਅੱਜ ਧਿਆਨ ਦੇਣ ਵੀ ਅਸੀਂ ਇਹੋ ਜਿਹੇ ਪਟਾਕੇ ਦੁਕਾਨਾਂ ਤੇ ਆਉਣ ਜਿਹੜੇ ਗ੍ਰੀਨ ਹੋਣ, ਜਿਨ੍ਹਾਂ ਨਾਲ ਪ੍ਰਦੂਸ਼ਣ ਹੀ ਨਾ ਹੋਵੇ। ਜੀ ਇਹ ਕਹਿੰਦੇ ਗ੍ਰੀਨ ਪਟਾਕੇ ਚਲਾਉਣੇ ਸਿਰਫ ਅਲਾਉਡ ਹੈ। ਸੋ ਕਈ ਮੈਂ ਦੇਖਿਆ 1 2 ਵਿਅਕਤੀ ਲਈ ਫਿਰਦੇ ਸੀ, ਉਹ ਪਟਾਕੇ ਅੰਦਰੋਂ ਉਹੀ ਸੀ, ਬਾਹਰ ਹਰੇ ਰੰਗ ਦੇ ਸੀ। ਜੀ ਸੋ ਇਹ ਨਹੀਂ, ਇਹ ਹੁਣ ਸਮਾਂ, ਹੁਣ ਸਰਕਾਰਾਂ ਨੇ, ਸਾਡੇ ਆ ਲੀਡਰਾਂ ਨੇ, ਇਹਨਾਂ ਨੇ ਫਿਰ ਹੋਰ ਕੰਮਾਂ ਤੇ ਲੱਗ ਜਾਣਾ। ਜਦੋਂ ਦੀਵਾਲੀ ਦੇ ਪਟਾਕੇ ਬਾਜ਼ਾਰਾਂ 'ਚ ਆ ਜਾਣੇ, ਫਿਰ ਇਹਨਾਂ ਨੇ ਕਹਿਣਾ ਪਟਾਕਿਆਂ 'ਤੇ ਪਾਬੰਦੀ ਹੈ, ਗ੍ਰੀਨ ਪਟਾਕੇ ਅਲਾਉਡ ਹੈ। ਹੁਣ ਵਕਤ ਹੈ ਜਿਹੜੇ ਸਾਡੇ ਪਟਾਕੇ ਦੇ ਕਾਰੋਬਾਰ 'ਚ ਲੱਗੇ ਨੇ, ਰੁਜ਼ਗਾਰ 'ਚ ਲੱਗੇ ਨੇ, ਪਟਾਕੇ ਬਣਾਉਂਦੇ ਨੇ। ਸ਼ਿਵਾਕਾਸ਼ੀ ਦੇਖੋ ਕਿੰਨਾ ਉੱਥੇ ਪਟਾਕੇ ਦਾ ਕਾਰੋਬਾਰ ਹੈ। ਹੁਣ ਉਹਨਾਂ ਨੂੰ ਜਾ ਕੇ ਸਮਝਾਓ ਵੀ ਗ੍ਰੀਨ ਪਟਾਕੇ ਕਿਵੇਂ ਬਣਨੇ ਆ। ਕੇਜਰੀਵਾਲ ਸਾਹਿਬ ਨੂੰ ਵੀ ਜਾਣਾ ਚਾਹੀਦਾ, ਕਿਉਂਕਿ ਦਿੱਲੀ 'ਚ ਤਾਂ ਕਹਿੰਦੇ ਦਿਨੇ ਹੀ ਹਨੇਰਾ ਹੋ ਗਿਆ ਸੀ। ਜੀ ਦਿਨੇ ਹੀ ਹਨੇਰਾ ਹੋ ਗਿਆ ਸੀ ਦਿੱਲੀ 'ਚ। ਤਾਂ ਸਮਾਂ ਰਹਿੰਦੇ ਕੰਮ ਨਹੀਂ ਕਰਦੇ ਸਰਕਾਰਾਂ ਵਾਲੇ। ਹੁਣ ਸਮਝਾਉਣ ਪਟਾਕੇ ਦੇ ਕਾਰੋਬਾਰੀਆਂ ਨੂੰ ਵੀ ਅਗਲੀ ਵਾਰੀ ਲਾਇਸੈਂਸ ਤਾਂ ਮਿਲੂਗਾ ਜੇ ਪ੍ਰਦੂਸ਼ਣ ਫ੍ਰੀ ਪਟਾਕੇ ਵੇਚੋਗੇ। ਜੀ
ਹੁਣੇ ਤੋਂ ਅਮਲ ਕਰਨਗੇ ਤਾਂ ਅਗਲੀ ਦੀਵਾਲੀ ਤੱਕ ਕੰਮ ਹੋਣਾ ਹੈ। ਇਹੀ ਕੰਮ ਪਰਾਲੀ 'ਚ ਨਹੀਂ ਕੀਤਾ। ਪਰਾਲੀ 'ਚ ਵੀ ਇਹ ਘੋਲ ਉਦੋਂ ਬਣਾਉਂਦੇ ਨੇ ਜਦੋਂ ਪਰਾਲੀ ਸੜ ਚੁੱਕੀ ਹੁੰਦੀ ਹੈ ਜੀ। ਹੁਣ ਤਾਂ ਦਿੱਲੀ ਦੇ ਪ੍ਰਦੂਸ਼ਣ ਪਿੱਛੇ ਪੰਜਾਬ ਦੀ ਪਰਾਲੀ ਜ਼ਿੰਮੇਦਾਰ ਨਹੀਂ, ਸਾਡੇ ਤਾਂ ਪਰਾਲੀ ਨਹੀਂ ਸੜ ਰਹੀ। ਹੁਣ ਬਿਲਕੁਲ ਸਾਡੇ ਇੰਨੇ ਪਟਾਕੇ ਚੱਲੇ ਤਾਂ ਵੀ ਸਾਡਾ ਪ੍ਰਦੂਸ਼ਣ ਦਿੱਲੀ ਨਾਲੋਂ ਕਿਤੇ ਘੱਟ ਹੈ, ਗੁੜਗਾਉਂ ਨਾਲੋਂ ਕਿਤੇ ਘੱਟ ਸੀ, ਜੀ। ਹਰਿਆਣੇ ਨਾਲੋਂ ਕਿਤੇ ਘੱਟ ਸੀ ਪੰਜਾਬ ਦਾ ਪ੍ਰਦੂਸ਼ਣ। ਪੰਜਾਬ ਦੇ ਵੀ 2 ਸ਼ਹਿਰਾਂ 'ਚ ਜ਼ਿਆਦਾ ਸੀ, ਲੁਧਿਆਣਾ ਤੇ ਜਲੰਧਰ। ਜੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਸਿਰ ਤੇ ਨਾ ਸੁੱਟੋ। ਇਹ ਦਿੱਲੀ ਵਾਲਿਆਂ ਨੂੰ ਆਦਤ ਹੈ ਵੀ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਸਿਰ ਤੇ ਸੁੱਟ ਦਿਓ। ਜੀ। ਜਿਵੇਂ ਮੇਰੇ ਵਰਗਾ ਕਈ ਵਾਰੀ ਨੰਬਰ ਨਹੀਂ ਸੀ ਨਾ ਵਧੀਆ ਆਉਂਦੇ, ਘਰੇ ਜਾ ਕੇ ਕਹਿ ਦਿੰਦਾ ਸੀ ਵੀ ਸਾਡਾ ਟੀਚਰ ਮਾੜਾ ਹੈ। ਸੋ ਟਾਇਰ ਤੁਹਾਡਾ ਆਪਣਾ ਫਟਦਾ, ਤੁਸੀਂ ਇਲਜ਼ਾਮ ਸਾਡੇ ਤੇ ਲਾ ਦਿੰਦੇ ਹੋ ਵੀ ਪੰਜਾਬ ਵਾਲੇ ਮੇਖਾਂ ਸੁੱਟ ਗਏ ਟਰੱਕ। ਜੀ। ਹੈ ਜੀ। ਸੋ ਇਸ ਕਰਕੇ ਇਹ ਤਾਂ ਹੁਣ ਦਿੱਲੀ ਦਾ ਮਾਡਲ ਫੇਲ ਹੋ ਗਿਆ। ਮੈਂ ਤਾਂ ਇਹ ਕਹਿ ਸਕਦਾ ਵੀ ਦਿੱਲੀ ਦਾ ਮਾਡਲ ਸਿਹਤ ਤੇ ਸਿੱਖਿਆ ਨੂੰ ਕੱਢ ਦਿਓ, ਫੇਲ ਹੈ, ਪੈਂਚਰ ਹੈ। ਜੀ। ਉਹਨੇ ਕਿੱਥੇ ਕੰਮ ਕਰਨਾ ਪੰਜਾਬ 'ਚ? ਇਸ ਕਰਕੇ ਭਗਵੰਤ ਮਾਨ ਉਹਨਾਂ ਨੂੰ ਅਪੀਲ ਹੈ ਕਿ ਇਹੋ ਜਿਹਾ ਦਿੱਲੀ ਦਾ ਮਾਡਲ, ਦਿੱਲੀ ਵਾਲਾ ਮਾਡਲ ਨਾ ਪੰਜਾਬ 'ਚ ਲਿਆਈਓ ਵੀ ਇੱਕ ਰਾਤ ਪਟਾਕੇ ਚੱਲਣ, ਅਗਲੇ ਦਿਨ ਦਿਖੇ ਹੀ ਕੁਛ ਨਾ। ਜੀ। ਵੀ ਹਰਿਆਣੇ 'ਚ ਪਰਾਲੀ ਸੜੇ, ਤੁਸੀਂ ਦਿੱਲੀ ਵਾਲਾ ਮਾਡਲ ਪੰਜਾਬ 'ਚ ਨਾ ਲਿਆਈਓ ਵੀ ਹਰਿਆਣੇ 'ਚ ਪਰਾਲੀ ਸੜੇ, ਸਾਡੇ ਪ੍ਰਦੂਸ਼ਣ ਹੋ ਜੇ। ਵੈਸੇ ਇਹ ਖੋਜ ਵਾਲਾ ਵਿਸ਼ਾ ਹੈ। ਜੀ। ਇਹ ਦਿੱਲੀ 'ਚ ਵੀ ਇਹ ਪੰਜਾਬ 'ਚ ਪਰਾਲੀ ਸੜਦੀ ਹੈ ਤੇ ਦਿੱਲੀ 'ਚ ਪ੍ਰਦੂਸ਼ਣ ਹੋ ਜਾਂਦਾ, ਪੰਜਾਬ ਸਾਫ਼ ਰਹਿੰਦਾ। ਇਹ ਖੋਜ ਦਾ ਵਿਸ਼ਾ ਹੈ। ਬਿਲਕੁਲ। ਇਹ ਜਿਹੜੇ ਕਾਲਜ ਨਾਲ ਮਿਲ ਕੇ ਇਹਨਾਂ ਨੇ ਘੋਲ ਬਣਾਇਆ ਨਾ ਜੀ, ਇਹ ਉਸੇ ਸੰਸਥਾਨ ਦੀ ਡਿਊਟੀ ਲਾਉਣ ਵੀ ਇਹ ਖੋਜ ਕਰੋ ਵੀ ਪੰਜਾਬ ਦਾ ਧੂੰਆਂ ਬਿਨਾਂ ਦੱਸੇ ਦਿੱਲੀ ਪਹੁੰਚਦਾ ਕਿਵੇਂ, ਬਿਨਾਂ ਪੰਜਾਬ ਵਾਲੇ ਸਾਇੰਸਦਾਨਾਂ ਨੂੰ ਪਤਾ ਹੋਏ। ਜੀ। ਵੀ ਨਾ ਚੰਡੀਗੜ੍ਹ ਧੂੰਆਂ ਕਰੇ, ਨਾ ਰਾਜਸਥਾਨ ਨੂੰ ਧੂੰਆਂ ਕਰੇ, ਨਾ ਹਰਿਆਣੇ 'ਚ ਧੂੰਆਂ ਕਰੇ, ਸਿੱਧਾ ਹੀ ਦਿੱਲੀ ਟੱਪ, ਸਿੱਧਾ ਹੀ ਹਰਿਆਣਾ ਟੱਪ ਕੇ ਦਿੱਲੀ। ਜੀ। ਜਿਵੇਂ ਅਸੀਂ ਪਤੰਗ ਲੁੱਟਦੇ ਹੋਏ ਗੁਆਂਢੀਆਂ ਦਾ ਕੋਠਾ ਟੱਪ ਜਾਂਦੇ ਹਾਂ। ਜੀ। ਇਹ ਖੋਜ ਦਾ ਵਿਸ਼ਾ ਹੈ। ਡੱਲਾ ਸਾਹਿਬ, ਇੱਕ ਵਾਰ ਫਿਰ ਅਹਿਮ ਚਰਚਾਵਾਂ ਜਿਹੜੀਆਂ ਬਹੁਤ ਵੱਡੇ ਸਵਾਲ ਲੈ ਕੇ ਖੜੀ ਹੋਈਆਂ ਨੇ ਕਿ ਹਰੀਸ਼ ਰਾਵਤ ਹੋਣਾ ਦਾ ਬਿਆਨ ਫਿਰ ਆ ਗਿਆ ਕਿ ਪੰਜਾਬ ਦੇ ਵਿੱਚ ਦੁਬਾਰਾ ਕੋਈ ਫੇਰ ਬਦਲ ਨਹੀਂ ਹੋਊਗਾ। ਜਿੱਥੇ ਉਮੀਦ ਸੀ ਕਿ ਪ੍ਰਧਾਨਗੀ ਦਾ ਅਹੁਦਾ ਬਦਲਿਆ ਜਾ ਸਕਦਾ ਹੈ ਜਾਂ ਡਿਪਟੀ ਸੀਐਮ ਦਾ ਅਹੁਦੇ ਤੇ ਕੋਈ ਆ ਸਕਦਾ ਹੈ, ਕਿਵੇਂ ਵੇਖ ਰਹੇ ਹੋ ਨਾ ਚਰਚਾ? ਨਹੀਂ, ਫੇਰ ਬਦਲ ਤਾਂ ਹੋਊਗਾ, ਫਿਲਹਾਲ ਟਾਲਿਆ ਜਾ ਸਕਦਾ ਹੈ। ਹਰੀਸ਼ ਰਾਵਤ ਉਹਨਾਂ ਦਾ ਬਿਆਨ ਹੈ, ਪੰਜਾਬ ਕਾਂਗਰਸ ਦੇ ਪ੍ਰਭਾਰੀ ਹੈ। ਮੈਨੂੰ ਲੱਗਦਾ ਹੈ ਕਿ ਬਿਹਾਰ ਦੇ ਵਿੱਚ ਕਾਂਗਰਸ ਦੀ ਹਾਰ ਹੋਈ ਹੈ, ਸ਼ਾਇਦ ਤਿਉਹਾਰਾਂ ਦਾ ਦਿਨ ਹੈ, ਨਵਾਂ ਸਾਲ ਆਉਣ ਵਾਲਾ ਹੈ। ਮੈਨੂੰ ਇਹ ਲੱਗਦਾ ਹੈ ਵੀ ਨਵੇਂ ਸਾਲ ਦੇ ਨੇੜੇ ਤੇੜੇ ਇਹ ਫੇਰ ਬਦਲ ਹੋ ਸਕਦਾ ਹੈ। ਪੰਜਾਬ 'ਚ ਨਵੇਂ ਸਿਰੇ ਤੋਂ ਕਾਂਗਰਸ ਦੀ ਹਾਈ ਕਮਾਂਡ ਹੈ, ਸੋਚ ਵਿਚਾਰ 'ਚ ਹੋਏਗੀ। ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ 4 ਸਾਲ ਪੂਰੇ ਹੋਣ ਵਾਲੇ ਨੇ। ਸ਼ੁਰੂ 'ਚ ਕਿਹਾ ਜਾ ਰਿਹਾ ਸੀ ਕਿ ਨਵੇਂ ਚਿਹਰਿਆਂ ਨੂੰ ਤਜਰਬਾ ਦੇਵਾਂਗੇ, ਕੈਪਟਨ ਅਮਰਿੰਦਰ ਸਿੰਘ ਨਵੀਂ ਜਨਰੇਸ਼ਨ ਤਿਆਰ ਕਰਨਗੇ ਮੰਤਰੀਆਂ ਦੀ, ਉਹਨਾਂ ਨੂੰ ਐਕਸਪੀਰੀਅੰਸ ਹੋ ਜੇ। ਸੋ ਹੁਣ ਮੰਤਰੀ ਮੰਡਲ 'ਚ ਦੇਖੋ ਵਿਸਤਾਰ ਤਾਂ ਹੋਊਗਾ। ਪੰਜਾਬ ਕਾਂਗਰਸ ਦਾ ਪੁਨਰਗਠਨ ਵੀ ਹੋਣਾ ਹੈ, ਇਕਾਈ ਭੰਗ ਹੈ ਜੀ। ਪੰਜਾਬ ਕਾਂਗਰਸ ਦੀ ਇਕਾਈ ਭੰਗ ਹੈ, 1 ਸਾਲ ਲਗਭਗ ਹੋਣ ਵਾਲਾ। ਮੈਨੂੰ ਲੱਗਦਾ ਕਿੱਥੋਂ ਕਾਂਗਰਸ 2022 'ਚ ਸਰਕਾਰ ਬਣਾ ਲੂ। ਕਾਂਗਰਸ ਇਹ ਨਾ ਸੋਚੇ ਵੀ ਅਸੀਂ ਮਤੇ ਪਾਸ ਕਰਤੇ ਖੇਤੀ ਕਾਨੂੰਨਾਂ ਦੇ ਖਿਲਾਫ ਤੇ ਸਾਰੇ ਕਿਸਾਨ ਸਾਨੂੰ ਹੀ ਵੋਟਾਂ ਪਾਉਣਗੇ। ਕਾਂਗਰਸ ਇਹ ਨਾ ਸੋਚੇ ਵੀ ਅਕਾਲੀ ਵੱਖਰੇ ਹੋ ਗਏ, ਬੀਜੇਪੀ ਵਾਲੇ ਵੱਖਰੇ ਹੋ ਗਏ। ਇਹ ਬੜੇ ਸਿਆਸੀ ਗਣਿਤ ਪੰਜਾਬ 'ਚ ਲੱਗਣੇ ਨੇ ਗਗਨ ਜੀ। ਬੜੇ ਸਿਆਸੀ ਗਣਿਤ ਪੰਜਾਬ 'ਚ ਲੱਗਣੇ ਨੇ। ਇਹ ਹਜੇ ਕੁਝ ਨਹੀਂ ਪਤਾ, ਹਜੇ ਖੁੱਲੀ ਕਿਤਾਬ ਹੈ ਪੰਜਾਬ ਕਿ ਸਰਕਾਰ ਕਿਹਦੀ ਬਣਨੀ ਹੈ। ਐਤਕੀ ਜਿੰਨਾ ਕੜਮੱਸ ਪੈਣਾ ਨਾ ਜੀ ਸਰਕਾਰ ਬਣਾਉਣ ਲਈ ਗਗਨ, ਜੀ, ਅੱਜ ਤੱਕ ਪਿਆ ਨਹੀਂ ਹੋਣਾ, ਕਿਉਂਕਿ ਪੰਜਾਬ ਦੇ ਲੋਕ ਅੱਤ ਦੇ ਜਾਗਰੂਕ ਹੋ ਚੁੱਕੇ ਨੇ, ਅੱਤ ਦੇ ਜਾਗਰੂਕ। ਜੀ। ਇਸ ਕਰਕੇ ਠੀਕ ਹੈ, ਹਰੀਸ਼ ਰਾਵਤ ਨੇ ਕਹਿਤਾ ਕਿ ਹਾਲ ਦੀ ਘੜੀ ਅਸੀਂ ਫੇਰ ਬਦਲ ਨਹੀਂ ਕਰ ਰਹੇ ਮੰਤਰੀ ਮੰਡਲ ਦੇ ਵਿੱਚ, ਪਰ ਅੰਦਰ ਖਾਤੇ ਕਾਂਗਰਸ 'ਚ ਤਿਆਰੀ ਚੱਲ ਰਹੀ ਹੈ। ਔਰ ਅਗਰ ਕਾਂਗਰਸ ਫੇਰ ਬਦਲ ਨਹੀਂ ਕਰੂਗੀ ਤੇ ਅਗਲੀ ਵਾਰੀ ਉਹਨਾਂ ਹੀ ਕਾਂਗਰਸ ਨੂੰ ਸੱਤਾ 'ਚ ਆਉਣਾ ਔਖਾ ਹੋਊਗਾ। ਬਹੁਤ ਵੱਡੀਆਂ ਚੁਣੌਤੀਆਂ ਕਾਂਗਰਸ ਅੱਗੇ ਵੀ ਆਉਣ ਵਾਲੀਆਂ ਨੇ। ਜਿਹੜੇ ਸਾਡੇ ਕਿਸਾਨ ਸੰਗਠਨ ਨੇ ਹੁਣ ਇਕੱਠੇ ਹੋਏ ਹੋਏ ਨੇ, ਤੁਸੀਂ ਦੇਖੋ 29-30 ਕਿਸਾਨ ਸੰਗਠਨ ਇਕੱਠੇ ਨੇ। ਇਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਹੁਣ ਮੀਟਿੰਗਾਂ ਕਰਕੇ ਸਰਬਸੰਮਤੀ ਨਾਲ ਫੈਸਲਾ ਕਰ ਸਕਦੇ ਨੇ ਵੀ ਅਸੀਂ ਕੀ ਕਿਸੇ ਇੱਕ ਪਾਰਟੀ ਨੂੰ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ। ਜੀ। ਇਹ ਪੰਜਾਬ ਦੇ ਕਿਸਾਨ, ਕਿਉਂਕਿ ਦੇਖੋ ਕੇਂਦਰ ਨਾਲ ਹਜੇ ਰੇੜਕਾ ਖਤਮ ਨਹੀਂ ਹੋਇਆ, ਹਜੇ ਤਾਂ ਮਾਲ ਗੱਡੀਆਂ ਚੱਲੀਆਂ ਹੀ ਨਹੀਂ। ਬਿਲਕੁਲ, ਮਾਲ ਗੱਡੀਆਂ ਚੱਲੀਆਂ ਹੀ ਨਹੀਂ। ਆ ਪੰਜਾਬ ਦੇ ਮੰਤਰੀ ਨੇ ਸਾਡੇ, ਉਹਨਾਂ ਨੇ ਅੱਜ ਫੇਰ ਬਿਆਨ ਦਿੱਤਾ, ਸੁੰਦਰ ਸ਼ਾਮ ਅਰੋੜਾ ਨੇ, ਕਹਿੰਦੇ ਹਜ਼ਾਰਾਂ ਕਰੋੜ ਰੁਪਏ ਦੇ ਸਾਡੇ ਕੰਟੇਨਰ ਰੁਕੇ ਪਏ ਨੇ, ਮਾਲ ਜਾਣਾ ਹੈ ਪੰਜਾਬ ਦੇ ਉਦਯੋਗ ਦਾ, ਸਪਲਾਈ ਦੇਣੀ ਹੈ, ਲੋਕਾਂ ਦੇ ਆਰਡਰ ਮਿਲੇ ਹੋਏ ਨੇ। ਸਮਝ ਨਹੀਂ ਆਉਂਦੀ ਕਿ ਕੇਂਦਰ ਸਰਕਾਰ ਸੋਚਦੀ ਕਿਉਂ ਨਹੀਂ ਇਸ ਪਾਸੇ। ਦੇਸ਼ ਦੀ ਆਰਥਿਕਤਾ ਘਟੀ ਜਾ ਰਹੀ ਹੈ, ਉਦਯੋਗਾਂ ਦੀ ਆਰਥਿਕਤਾ ਪੂਰੇ ਮੁਲਕ 'ਚ ਘਟੀ ਜਾ ਰਹੀ ਹੈ। ਜੀ। ਇਤਿਹਾਸਿਕ ਮੰਦੀ ਇਸ ਵਕਤ ਭਾਰਤ ਦੇ ਵਿੱਚ ਚੱਲ ਰਹੀ ਹੈ। ਕੇਂਦਰ ਸਰਕਾਰ ਬੀਬੀ ਸੀਤਾਰਮਨ ਨੂੰ ਦੇਖ ਹੀ ਨਹੀਂ ਰਿਹਾ। ਉਹਨਾਂ ਨੂੰ ਜ਼ੋਰ ਪਾਉਣਾ ਚਾਹੀਦਾ ਕਿ ਅਸੀਂ ਉਦਯੋਗਾਂ ਦਾ ਸਮਾਨ ਵੀ ਭੇਜੀਏ, ਉੱਥੇ ਕੋਲੇ ਵੀ ਭੇਜੀਏ। ਪੰਜਾਬ ਪੂਰੇ ਦੇਸ਼ ਦੀ ਆਰਥਿਕਤਾ 'ਚ ਯੋਗਦਾਨ ਪਾਉਂਦਾ ਹੈ। ਜੇ ਪੰਜਾਬ ਦੀ ਇਕਨੋਮੀ ਟੁੱਟਦੀ ਹੈ ਤੇ ਮੁਲਕ ਦੀ ਇਕਨੋਮੀ ਟੁੱਟਦੀ ਹੈ।
ਸੋ ਇਸ ਕਰਕੇ ਇਹ ਮੈਨੂੰ ਲੱਗਦਾ ਹੈ ਕਿ ਇਹ ਪੋਲੀਟੀਕਲ ਪਾਰਟੀਆਂ ਨੂੰ ਬਹੁਤ ਸੋਚ ਸਮਝ ਕੇ ਅੱਗੇ ਵਧਣਾ ਪੈਣਾ ਹੈ ਔਰ ਕਾਂਗਰਸ ਨੂੰ ਹੋਰ ਜ਼ੋਰ ਜੱਕਾ ਲਾਉਣਾ ਚਾਹੀਦਾ ਹੈ। ਇੱਕ ਦਿਨ ਦੇ ਜੰਤਰ ਮੰਤਰ ਦੇ ਧਰਨੇ ਨਾਲ ਗੱਲ ਨਹੀਂ ਬਣਨੀ ਜੀ। ਕਹਿੰਦੇ ਸੀ ਲੜੀਵਾਰ ਅਸੀਂ ਉੱਥੇ ਧਰਨਾ ਲਾਵਾਂਗੇ, ਹੈ ਜੀ। ਆਪਾਂ ਉੱਥੇ ਸਟਾਪੂ ਥੋੜੀ ਖੇਡਣਾ ਜੀ ਵੀ ਵਾਰੀ 3-3 4-4 ਜਣਿਆਂ ਦੀ ਟੀਮ ਜਾਊਗੀ। ਚਿੜੀ ਉੱਡ ਕਾਂ ਉੱਡ ਥੋੜੀ ਖੇਡਣਾ ਆਪਾਂ। ਜੀ ਖੇਡਦੇ ਸੀ ਨਾ ਛੋਟੇ ਹੁੰਦੇ। ਬਿਲਕੁਲ। ਸੋ ਬੱਚਿਆਂ ਦੀਆਂ ਖੇਡਾਂ ਨੇ। ਸਿਆਸਤ ਬਹੁਤ ਗੰਭੀਰ ਮੁੱਦਾ ਹੈ, ਬਹੁਤ ਗੰਭੀਰ ਵਿਸ਼ਾ ਹੈ। ਸੋ ਲੜੀਵਾਰ ਉੱਥੇ ਧਰਨਾ ਲਾਓ, ਉੱਥੇ ਹਰ ਰੋਜ਼ ਤੁਸੀਂ ਲਾਓ ਧਰਨਾ 7-8 ਦਿਨਾਂ ਵਾਲੀ ਗੱਲ। ਇਹ ਤਾਂ ਕਾਂਗਰਸੀਆਂ ਨੇ ਉਹੀ ਜਿਹੀ ਗੱਲ ਕਰਤੀ ਜਿਵੇਂ ਆ ਮੈਂ ਸੁਣਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿੱਛੇ ਜੇ ਕਹਿੰਦੇ ਜੀ ਵਿਧਾਨ ਸਭਾ 'ਚ ਸੰਘਰਸ਼ ਕੀਤਾ ਮਤਿਆਂ ਦੇ ਖਿਲਾਫ, ਸਾਰੀ ਰਾਤ ਆਮ ਆਦਮੀ ਪਾਰਟੀ ਦੇ ਵਿਧਾਇਕ ਧਰਨੇ ਤੇ ਰਹੇ। ਕਿੱਥੇ ਸਾਰੀ ਰਾਤ ਧਰਨੇ ਤੇ ਰਹੇ? ਉਹ ਤਾਂ ਸੋਫਿਆਂ ਤੇ ਸੌਂ ਗਏ ਕਈ ਤਾਂ, ਜੀ ਕਈ ਦਰੀਆਂ ਵਿਛਾ ਕੇ ਸੌਂ ਗਏ ਕਈ ਤਾਂ। ਉਹ ਸਵੇਰ ਨੂੰ ਤਿਆਰ ਹੁਣ ਫਿਰ ਚਲੇ ਗਏ। ਜੀ ਸਾਰੀ ਰਾਤ ਕੀ ਅੱਧੀ ਰਾਤ, ਮੈਂ ਤਾਂ ਕਹਿੰਦਾ ਦੇਖੋ ਜਗਰਾਤਿਆਂ 'ਚ ਧਾਨੇ ਸਾਡੇ ਲੋਕ ਸਾਰੀ ਰਾਤ ਬੈਠਦੇ ਨੇ, ਜੀ ਸਾਰੀ ਰਾਤ ਸ਼ਰਧਾ ਨਾਲ ਬੈਠੇ ਰਹਿੰਦੇ ਨੇ। ਵਿਧਾਨ ਸਭਾ ਬਹਿ ਨਹੀਂ ਸਕੇ ਇਹ ਪੰਜਾਬ ਦੇ ਲੋਕਾਂ ਲਈ ਚੌਂਕੜੀ ਮਾਰ ਕੇ। ਮੈਂ ਕਹਿੰਦਾ ਚਲੋ ਲੱਤਾਂ ਮਾੜੀਆਂ ਨਸਾਲ ਵੀ ਲੈਂਦਾ ਬੰਦਾ, ਬੈਠੇ ਤਾਂ ਰਹਿਣ। ਪੈਣ ਦਾ ਕੀ ਮਤਲਬ? ਫਿਰ ਉਹ ਧਰਨਾ ਕਿੱਥੇ ਹੋਇਆ? ਮੈਂ ਅੱਗੇ ਵੀ ਕਹਿੰਦਾ ਹੁੰਦਾ, ਇੱਕ ਵਾਰੀ ਮੈਨੂੰ ਅਮਰੀਕਾ ਤੋਂ ਵੀ ਫੋਨ ਆਇਆ, ਕਹਿੰਦਾ ਤੁਸੀਂ ਵਧੀਆ ਨਾਮ ਦਿੱਤਾ ਲਿਟਨ ਧਰਨਾ। ਜੀ ਉਹ ਤਾਂ ਲਿਟਨ ਧਰਨਾ ਸੀ ਜਾਂ ਸੌਣ ਧਰਨਾ ਸੀ, ਉਹ ਧਰਨਾ ਥੋੜੀ ਸੀ। ਲੀਡਰਾਂ ਨੂੰ ਤਾਕਤ ਰੱਖਣੀ ਚਾਹੀਦੀ ਹੈ ਵੀ ਹਾਂ ਅਸੀਂ ਸੰਘਰਸ਼ ਕਰਨਾ, ਉਹ 'ਚੋਂ ਸੰਘਰਸ਼ ਨਜ਼ਰ ਆਵੇ। ਸੰਘਰਸ਼ ਦੀ ਤਰ੍ਹਾਂ ਨਾਲ ਹੋਣਾ ਚਾਹੀਦਾ, ਜਿਵੇਂ ਕਿਸਾਨਾਂ ਦਾ ਸੰਘਰਸ਼ ਹੈ। ਦੇਖੋ ਹੈ ਜੀ, ਕਿਸਾਨਾਂ ਦਾ ਸੰਘਰਸ਼ ਜਾ ਰਿਹਾ ਨਾ ਇੱਕ ਸੇਧ 'ਚ। ਬਿਲਕੁਲ ਡਟੇ ਹੋਏ ਨੇ ਵੀ ਜੋ ਫੈਸਲਾ ਕਰ ਲਿਆ ਇਕੱਠੇ ਹੋ ਕੇ ਕਰ ਲਿਆ, ਔਰ ਕਿਸਾਨਾਂ ਦਾ ਸੰਘਰਸ਼ ਜ਼ਰੂਰ ਰੰਗ ਦਿਖਾਊਗਾ ਔਰ ਕਾਮਯਾਬ ਹੋਊਗਾ। ਬਿਲਕੁਲ। ਸੋ ਇੱਥੇ ਮੈਂ ਇਹ ਵੀ ਅਹਿਮ ਗੱਲ ਦੱਸ ਦੇਣਾ ਚਾਹੁੰਦਾ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਜਦੋਂ ਮੀਂਹ ਪਿਆ ਉਦੋਂ ਵੀ ਕਿਸਾਨ ਉਸੇ ਤਰ੍ਹਾਂ ਮੀਂਹ ਦੇ ਵਿੱਚ ਡਟੇ ਰਹਿੰਦੇ। ਹਾਲਾਂਕਿ ਮੌਸਮ ਦੇ ਵਿੱਚ ਵੀ ਤਬਦੀਲੀ ਆਈ ਹੈ, ਠੰਡ ਬਹੁਤ ਹੋ ਗਈ ਪੰਜਾਬ ਦੇ ਵਿੱਚ। ਦੀਵਾਲੀ ਵਾਲੇ ਦਿਨ ਬੈਠੇ ਰਹੇ ਜੀ, ਦੀਵਾਲੀ ਵਾਲੇ ਦਿਨ ਬੈਠੇ ਰਹੇ, ਰੇਲਵੇ ਸਟੇਸ਼ਨਾਂ ਦੇ ਬਾਹਰ ਬੈਠੇ ਰਹੇ, ਜਿੱਥੇ ਪਾਰਕਾਂ 'ਚੋਂ ਬੈਠੇ ਨੇ ਜੀ, ਟੋਲ ਬੈਰੀਅਰ ਤੇ ਬੈਠੇ ਰਹੇ। ਦਲੇਰ ਨੇ ਕਿਸਾਨ ਸਾਡੇ ਨਾਲ ਆ, ਅਸੀਂ ਸਾਰੇ। ਬਿਲਕੁਲ। ਸੋ ਦੀਵਾਲੀ ਨਿਕਲ ਚੁੱਕੀ ਹੈ ਪੰਜਾਬ ਦੇ ਵਿੱਚ। ਸੁਨੀਲ ਜਾਖੜ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਦੀਵਾਲੀ ਤੋਂ ਬਾਅਦ ਪੰਜਾਬ ਦੇ ਮੰਤਰੀਆਂ ਦੇ ਵੱਲੋਂ ਜਾਂ ਵਿਧਾਇਕਾਂ ਦੇ ਵੱਲੋਂ ਧਰਨਾ ਸ਼ੁਰੂ ਕੀਤਾ ਜਾਣਾ ਜੰਤਰ ਮੰਤਰ ਤੇ। ਸੋ ਵੇਖਦੇ ਆ ਕਿ ਉਹ ਦਿਨ ਕਦੋਂ ਆਉਂਦਾ, ਵੇਖਦੇ ਉਹ ਦਿਨ ਕਦੋਂ ਆਉਂਦਾ। ਬੜੀ ਤੁਸੀਂ ਚੰਗੀ ਗੱਲ ਦੱਸੀ, ਇੰਤਜ਼ਾਰ ਰਹੂਗਾ ਜੀ। ਸੋ ਫਿਰ ਚਰਚਾ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਖਾਸ ਪੰਜਾਬ ਦੇ ਮੁੱਦਿਆਂ ਦੇ ਉੱਤੇ। ਹੁਣ ਸਾਨੂੰ ਇਜਾਜ਼ਤ ਦਿਓ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਸਾਰਿਆਂ ਲਈ। ਬਹੁਤ